ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਲਾਬ ਸਿੰਘ ਪੁੱਤਰ ਸਰਦਾਰ ਠਾਣਾ ਸਿੰਘ ਪਿੰਡ ਬਰਨਾਲਾ ਦਾ ਰਹਿਣ ਵਾਲਾ ਹਾਂ। ਅੱਜ ਕੱਲ੍ਹ ਪਰ ਮੈਂ ਜੀਰਾ ਸ਼ਹਿਰ ਵਿੱਚ ਰਹਿ ਰਿਹਾ ਹਾਂ। ਮੈਂ ਆਪਣੇ ਬਚਪਨ ਤੋਂ ਆਪਣੇ ਬਾਰੇ ਦੱਸਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਕਿ ਇੱਕ ਸਧਾਰਨ ਪਰਿਵਾਰ ਵਿੱਚ ਮੇਰਾ ਜਨਮ ਹੋਇਆ। ਮੈਂ ਮਾਪਿਆਂ ਦਾ ਇਕੱਲਾ ਹੀ ਬੇਟਾ ਸੀਗਾ। ਉਸ ਤੋਂ ਬਾਅਦ ਮੇਰੀਆਂ 2 ਭੈਣਾਂ ਹਨ। ਪਰ ਬਚਪਨ ਤੋਂ ਜਦੋਂ ਮੈਂ ਸਕੂਲ 'ਚ ਜਾਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਮੇਰਾ ਅਧਿਆਪਕਾਂ ਨਾਲ ਆਪਣਾ ਬਹੁਤ ਜ਼ਿਆਦਾ ਲਗਾਵ ਸੀਗਾ। ਮੈਨੂੰ ਮੇਰੇ ਅਧਿਆਪਕ ਸਭ ਤੋਂ ਵੱਧ ਵਧੀਆ ਚੰਗੇ ਲੱਗਦੇ ਸੀਗੇ। ਜਿਸ ਵਿੱਚ ਮੈਂ ਜ਼ਿਕਰ ਕਰਨਾ ਚਾਹਾਂਗਾ ਮੇਰੇ ਮੈਡਮ ਜਸਵੰਤ ਕੌਰ, ਜਿਨ੍ਹਾਂ ਨੇ ਮੈਨੂੰ ਪ੍ਰਾਇਮਰੀ 'ਚ ਪੜ੍ਹਾਇਆ। ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਅੱਜ ਵੀ ਮੈਨੂੰ ਬਹੁਤ ਵਾਰ ਜ਼ਿੰਦਗੀ 'ਚ ਯਾਦ ਆਉਂਦੀਆਂ। ਉਹਨਾਂ ਨੇ ਇੱਕ ਵਾਰੀ ਮੈਨੂੰ ਜਾਤੀਵਾਦਕ ਸ਼ਬਦ ਕਹਿਣ ਤੋਂ ਟੋਕਿਆ। ਮੈਂ ਕਿਸੇ ਬੱਚੇ ਨੂੰ ਉਹਦੀ ਜਾਤ ਤੋਂ ਪੁਕਾਰਿਆ, ਪਰ ਉਹਨਾਂ ਨੇ ਮੈਨੂੰ ਆਉਂਦਿਆਂ ਹੀ ਟੋਕਿਆ ਕਿ ਲਾਭੇ ਤੂੰ ਇਸ ਤਰ੍ਹਾਂ ਕਿਸੇ ਨੂੰ ਜਾਤ ਤੋਂ ਨਹੀਂ ਬੁਲਾਉਣਾ ਗਾ। ਪਰ ਉਹਨਾਂ ਦੀ ਅੱਜ ਵੀ ਜਿਹੜੀ ਮੈਨੂੰ ਗੱਲ ਹੈ ਉਹ ਹਮੇਸ਼ਾ ਯਾਦ ਆਉਂਦੀ ਹੈ। ਇਸ ਤੋਂ ਇਲਾਵਾ ਜਦੋਂ ਮੈਂ ਫੱਟੀ ਲਿਖਦਾ ਸੀ ਤਾਂ ਮੇਰੀ ਲਿਖਾਈ ਬਹੁਤ ਜ਼ਿਆਦਾ ਸੁੰਦਰ ਸੀਗੀ। ਤਾਂ ਉਹ ਮੈਨੂੰ ਜਦੋਂ ਖੜ੍ਹਾ ਕਰਕੇ ਸ਼ਾਬਾਸ਼ ਦਿੰਦੇ ਸੀਗੇ ਤਾਂ ਉਹ ਜਿਹੜੇ ਪਲ ਸੀ ਮੇਰੇ ਲਈ ਇੱਕ ਜਿਹੜਾ ਅਵਾਰਡ ਦੀ ਤਰ੍ਹਾਂ ਹੁੰਦਾ ਸੀਗਾ। ਉਸ ਤੋਂ ਇਲਾਵਾ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਚੰਗੀਆਂ ਗੱਲਾਂ, ਉਹਨਾਂ ਦਾ ਅਸਰ ਮੇਰੇ ਮਨ 'ਤੇ ਅੱਜ ਵੀ ਹੈ। ਉਸ ਤੋਂ ਇਲਾਵਾ ਮੈਂ ਪੜ੍ਹਦਾ ਗਿਆ। ਉਸ ਤੋਂ ਬਾਅਦ 6ਵੀਂ 'ਚ ਜਦੋਂ ਦਾਖਲਾ ਲਿਆ ਤਾਂ ਉੱਥੇ ਇੱਕ ਬੜਾ ਡਰ ਸੀਗਾ ਕਿ ਸਾਨੂੰ ਜਿਹੜੀ ਅੰਗਰੇਜ਼ੀ ਆ ਉਹ 6ਵੀਂ ਤੋਂ ਸ਼ੁਰੂ ਹੁੰਦੀ ਸੀਗੀ। ਉੱਥੇ ਸਾਡੇ ਮਾਸਟਰ ਜੀ ਸੀਗੇ ਸਰਦਾਰ ਦਰਸ਼ਨ ਸਿੰਘ ਜੀ ਭਣਾਣੇ ਤੋਂ, ਜਿਹੜੇ ਕਿ ਬਾਅਦ 'ਚ PCS ਅਫਸਰ ਵੀ ਬਣੇ। ਉਹਨਾਂ ਤੋਂ ਡਰਦਾ ਮਾਰਾ ਕਹਿ ਲਓ ਜਾਂ ਮੈਂ ਕਿਸ ਤਰ੍ਹਾਂ ਮਿਹਨਤ ਨਾਲ ਮੈਂ ਐਸੀ ਪੜ੍ਹਾਈ ਸ਼ੁਰੂ ਕੀਤੀ ਕਿ ਉਹਨਾਂ ਨੂੰ ਵੀ ਮੈਂ ਬਹੁਤ ਪ੍ਰਭਾਵਿਤ ਕੀਤਾ। ਪਰ ਉਹਨਾਂ ਦੀ ਉਸ ਤੋਂ ਬਾਅਦ ਤਰੱਕੀ ਹੋ ਗਈ, ਉਹ PCS ਅਫਸਰ ਬਣ ਗਏ। ਉਸ ਤੋਂ ਬਾਅਦ ਸਾਡੇ ਸਕੂਲ ਦੇ ਹਾਲਾਤ ਅੱਤਵਾਦ ਹੋਣ ਕਰਕੇ ਜਿਹੜੇ ਸੀਗੇ ਉਹ ਬਹੁਤ ਵਿਗੜ ਗਏ, ਕਿਉਂਕਿ ਕੋਈ ਵੀ ਅਧਿਆਪਕ ਸੀ ਜਿਹੜਾ ਉਹ ਪਿੰਡਾਂ 'ਚ ਪੜ੍ਹਾਉਣਾ ਨਹੀਂ ਚਾਹੁੰਦਾ ਸੀ ਉਸ ਟਾਈਮ। ਇਸ ਤਰ੍ਹਾਂ ਹੀ ਸਾਡਾ 6ਵੀਂ ਤੋਂ ਲੈ ਕੇ 10ਵੀਂ ਦਾ ਜਿਹੜਾ ਪੀਰੀਅਡ ਸੀਗਾ ਉਹ ਬਿਨਾਂ ਅਧਿਆਪਕਾਂ ਤੋਂ ਹੀ ਸਾਡਾ ਲੰਘਿਆ। ਅਚਾਨਕ ਹੀ 10ਵੀਂ 'ਚ ਜਦੋਂ ਮੈਂ ਪਹੁੰਚਿਆ ਤਾਂ ਜਿਹੜੇ ਮੇਰੇ ਮਾਤਾ ਜੀ ਸੀਗੇ ਉਹਨਾਂ ਨੂੰ ਗੁਰਦਿਆਂ ਦੀ ਪ੍ਰੋਬਲਮ ਹੋਣ ਕਰਕੇ ਉਹਨਾਂ ਨੂੰ ਸਾਨੂੰ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਸਾਡੇ ਘਰ ਦੇ ਜਿਹੜੇ ਹਾਲਾਤ ਸੀਗੇ ਉਹ ਬੜੇ ਗਰੀਬੀ ਵਾਲੇ ਸੀਗੇ। ਘਰ ਦੀ ਜਿਹੜੀ ਜ਼ਮੀਨ ਸੀ ਉਹ ਥੋੜ੍ਹੀ ਬਹੁਤੀ ਉਹ ਵੀ ਕਹਿ ਲਓ ਵੀ ਖੇਤੀਯੋਗ ਨਹੀਂ ਸੀਗੀ। ਮੇਰੇ ਜਿਹੜੇ ਫਾਦਰ ਸੀਗੇ ਉਹ ਦੁੱਧ ਦਾ ਥੋੜ੍ਹਾ ਬਹੁਤਾ ਕੰਮ ਕਰਕੇ ਘਰ ਦਾ ਗੁਜ਼ਾਰਾ ਸਾਡਾ ਜਿਹੜਾ ਸੀ ਉਹ ਚੱਲਦਾ ਸੀਗਾ। ਅਚਾਨਕ ਹੀ ਜਦੋਂ ਮੇਰੇ ਮਾਤਾ ਬਿਮਾਰ ਹੋ ਗਏ ਤਾਂ ਮੈਂ ਜਿਹੜੇ ਆਪਣੇ ਫਾਦਰ ਦਾ ਦੁੱਧ ਦਾ ਕੰਮ ਆਪ ਕਰਨ ਲੱਗ ਗਿਆ। ਮੇਰੇ ਫਾਦਰ ਸਾਹਿਬ ਮੇਰੀ ਮਦਰ ਨੂੰ ਲੈ ਕੇ ਉਹ ਚੰਡੀਗੜ੍ਹ ਚਲੇ ਗਏ। ਉਸ ਤਰ੍ਹਾਂ 6 ਮਹੀਨੇ ਇਸ ਤਰ੍ਹਾਂ ਸਮਾਂ ਲੰਘ ਗਿਆ। ਸਮਾਂ ਲੰਘ ਜਾਣ ਕਰਕੇ ਮੇਰੀ ਜਿਹੜੀ ਪੜ੍ਹਾਈ ਉਹ ਬਿਲਕੁਲ ਹੀ ਛੁੱਟ ਗਈ ਅਤੇ ਮੇਰੇ ਜਿਹੜੇ ਦਾਖਲੇ ਸੀਗੇ ਉਹ 10ਵੀਂ ਦਾ ਦਾਖਲਾ ਅਧਿਆਪਕਾਂ ਦੇ ਕਹਿਣ ਦੇ ਬਾਵਜੂਦ ਵੀ, ਮੈਨੂੰ ਜ਼ੋਰ ਪਾਉਣ ਦੇ ਬਾਵਜੂਦ ਵੀ ਨਹੀਂ ਜਾ ਸਕਿਆ। ਪਰ ਮੈਂ ਉਸ ਤੋਂ ਬਾਅਦ ਸੋਚਿਆ ਕਿ ਮੈਂ ਅਗਲੇ ਸਾਲ ਜਿਹੜੀ ਪੜ੍ਹਾਈ ਉਹ ਆਪਦੀ ਤਿਆਰੀ ਪੂਰੀ ਕਰਕੇ 10ਵੀਂ ਦੇ ਪੇਪਰ ਦੇਵਾਂਗਾ ਤਾਂ ਕਿ ਮੈਂ ਜ਼ਿੰਦਗੀ 'ਚ ਕੁਝ ਚੰਗਾ ਕਰ ਸਕਾਂ। ਪਰ ਉਹ ਸਮਾਂ ਐਸਾ ਬਦਲਿਆ ਕਿ ਜਿਹੜੇ ਘਰ ਦੇ ਹਾਲਾਤ ਸੀਗੇ ਉਹ ਉਸ ਤੋਂ ਵੀ ਜ਼ਿਆਦਾ ਵਿਗੜ ਗਏ। ਪੈਸੇ ਸਾਡੇ ਜਿਹੜੇ ਸੀਗੇ ਉਹ ਮੇਰੇ ਮਦਰ ਦੇ ਇਲਾਜ ਵਿੱਚ ਕਾਫੀ ਜ਼ਿਆਦਾ ਲੱਗ ਚੁੱਕੇ ਸੀਗੇ। ਇਸੇ ਤਰ੍ਹਾਂ ਹੀ ਇੱਕ ਹੋਰ ਸਹਿਯੋਗ ਬਣਿਆ ਕਿ ਜਿਸ ਤਰ੍ਹਾਂ ਗਵਾਂਢੀ ਪਿੰਡ ਦੇ ਸਾਡੇ ਇੱਕ ਸੀਗਾ ਮੇਰਾ ਦੋਸਤ, ਉਹ ਦੁੱਧ ਦਾ ਕੰਮ ਕਰਦਾ ਸੀ। ਅਚਾਨਕ ਉਹ ਵੀ BSF ਵਿੱਚ ਭਰਤੀ ਹੋਣ ਕਰਕੇ ਮੈਨੂੰ ਉਹਨੇ ਆਪਣੇ ਦੁੱਧ ਦਾ ਕੰਮ ਮੈਨੂੰ ਸੌਂਪਤਾ। ਇਸ ਤਰ੍ਹਾਂ ਮੈਂ ਦੁੱਧ ਦਾ ਕੰਮ ਕਰਨ ਲੱਗਿਆ ਅਤੇ ਪੜ੍ਹਾਈ ਵੱਲੋਂ ਮੇਰਾ ਬਿਲਕੁਲ ਧਿਆਨ ਹਟ ਗਿਆ। ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ। ਜਦੋਂ ਘਰ ਦੀ ਲੋੜ ਸੀਗੀ, ਪੈਸਿਆਂ ਦੀ ਗਰੀਬੀ ਸੀ ਘਰ ਦੇ ਵਿੱਚ, ਤਾਂ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਅਤੇ ਮੈਂ ਦੁੱਧ ਦਾ ਕੰਮ ਕਰਦਾ ਗਿਆ। 5 ਸਾਲ ਇਸ ਤਰ੍ਹਾਂ ਹੀ ਬੀਤ ਗਏ। ਇਸ ਤਰ੍ਹਾਂ ਮੈਨੂੰ ਕੋਈ ਉਸ ਤੋਂ ਬਾਅਦ ਇੱਕ ਭੱਦਰਪੁਰ ਜੀਰਾ ਵਿਖੇ ਜਿਹੜੇ ਕਿ ਨਾਈ ਦਾ ਇੱਕ ਕੰਮ ਕਰਦਾ ਸੀਗਾ, ਉਹਨੇ ਮੈਨੂੰ ਸਲਾਹ ਦਿੱਤੀ ਕਿ ਬੇਟਾ ਤੂੰ ਅੱਗੇ ਤੈਨੂੰ ਪੜ੍ਹਨਾ ਚਾਹੀਦਾ ਅਤੇ 10ਵੀਂ ਤੂੰ ਪ੍ਰਾਈਵੇਟ ਕਰ, ਚਾਹੇ ਜਿਵੇਂ ਮਰਜ਼ੀ ਕਰ, ਤੂੰ ਪੜ੍ਹ ਸਕਦਾ। ਪਰ ਮੈਂ ਉਹਦੀ ਗੱਲ ਵਾਲੀ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਾ। ਇਸ ਤਰ੍ਹਾਂ ਇੱਕ ਦਿਨ ਮੀਂਹ ਪੈਂਦਾ ਸੀਗਾ, ਮੇਰੇ ਉੱਪਰ ਇੱਕ ਖੇਸੀ ਲਈ ਹੋਈ ਸੀਗੀ। ਉਹ ਖੇਸੀ ਮੈਂ ਉਹਦੀ ਦੁਕਾਨ 'ਚ ਰੱਖੀ ਤਾਂ ਉਹਨੇ ਮੇਰੀ ਖੇਸੀ ਨਾਲ ਜਿਹੜੀ ਚਲਾ ਕੇ ਆਪਦੇ ਬੈਂਚ ਦੇ ਥੱਲੇ ਸੁੱਟਤੀ। ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ? ਕਹਿੰਦਾ ਵੀ ਤੂੰ ਜਦੋਂ ਸਾਡੀ ਗੱਲ ਹੀ ਨਹੀਂ ਮੰਨਣੀ ਯਾਰ, ਆਪਣਾ ਲਿਹਾਜ਼ ਤੇ ਤੇਰਾ ਮੇਰਾ ਕਾਹਦਾ ਲਿਹਾਜ਼ ਆ। ਮੈਂ ਉਸ ਤੋਂ ਬਾਅਦ ਉਹਦੀ ਗੱਲ ਦਾ ਮੇਰੇ ਮਨ 'ਤੇ ਬਹੁਤ ਡੂੰਘਾ ਅਸਰ ਹੋਇਆ। ਮੈਂ ਸੋਚਿਆ ਕਿ ਇਹਨੂੰ ਮੇਰੇ ਨਾਲ ਐਡਾ ਕੀ ਲਗਾਵ ਹੈ ਕਿ ਜਿਹੜਾ ਇਹ ਮੇਰੇ ਬਾਰੇ ਇੰਨਾ ਸੋਚ ਰਿਹਾ। ਉਸ ਦੀ ਗੱਲ 'ਤੇ ਮੈਂ ਫਿਰ ਗੌਰ ਕੀਤਾ। ਉਸ ਤੋਂ ਬਾਅਦ ਮੈਂ 10ਵੀਂ ਦੇ ਪ੍ਰਾਈਵੇਟ ਜਿਹੜੇ ਪੇਪਰ ਭਰੇ। ਦੁੱਧ ਦੇ ਕੰਮ ਦੇ ਨਾਲ ਹੀ ਮੈਂ ਦੁੱਧ ਦਾ ਕੰਮ ਕਰਕੇ ਸਵੇਰੇ 8 ਵਜੇ ਖ਼ਤਮ ਕਰਕੇ 40-50 ਘਰਾਂ 'ਚੋਂ ਦੁੱਧ ਲੈ ਕੇ 40-50 ਘਰਾਂ ਦੇ ਵਿੱਚ ਹੀ ਵੰਡ ਕੇ 8 ਵਜੇ ਨੂੰ ਮੈਂ ਪ੍ਰਾਈਵੇਟ ਤੌਰ 'ਤੇ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਵੈਸੇ ਹੀ ਪੜ੍ਹਨ ਵਾਸਤੇ ਬੈਠਣ ਲੱਗਾ। ਇਸ ਤਰ੍ਹਾਂ ਹੀ ਚੱਲਦਾ ਗਿਆ। ਉੱਥੇ ਜਿਹੜੇ ਸਾਡੇ ਇੰਚਾਰਜ ਸੀਗੇ ਮੇਰੀ ਜਮਾਤ ਦੇ, ਸਰਦਾਰ ਜੋਗਿੰਦਰ ਸਿੰਘ ਸੀਗੇ ਮੈਥ ਮਾਸਟਰ,
ਉਹਨਾਂ ਨੇ ਦੇਖਿਆ ਕਿ ਬੱਚੇ ਨੂੰ ਬੜੀ ਲਗਨ ਆ ਪੜ੍ਹਨ ਦੀ, ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ। ਜਦੋਂ ਉਹ ਪੇਪਰ ਸੀਗੇ ਸਾਡੇ ਫਾਈਨਲ 10ਵੀਂ ਦੇ, ਉਹ ਮੈਨੂੰ ਸਪੈਸ਼ਲ ਸਕੂਟਰ 'ਤੇ ਜਾ ਕੇ ਸਰਾਂ ਵਾਲੇ ਸਕੂਲ ਸਾਵਣਮਲ ਸਰਾਂ 'ਚ ਸਾਡੇ ਮੇਰੇ ਪੇਪਰ ਹੋਏ ਸੀ ਪ੍ਰਾਈਵੇਟ, ਉੱਥੇ ਉਹ ਮੈਨੂੰ ਛੱਡ ਕੇ ਆਉਂਦੇ ਔਰ ਟੀਚਰਾਂ ਨੂੰ ਕਹਿ ਕੇ ਆਉਂਦੇ ਕਿ ਵੀ ਇਸ ਬੱਚੇ ਨੂੰ ਤੁਸੀਂ ਨਾ ਤੰਗ ਨਹੀਂ ਕਰਨਾ, ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਸਾਡਾ ਬੱਚਾ ਇਹ ਲਿਖ ਆਪੇ ਲਊਗਾ, ਜੋ ਇਹਨੂੰ ਆਉਂਦਾ ਹੈ ਆਪੇ ਲਿਖ ਦੇਗਾ। ਇਸੇ ਤਰ੍ਹਾਂ ਮੇਰਾ 10ਵੀਂ ਦਾ ਰਿਜ਼ਲਟ ਆਇਆ, ਮੇਰੇ ਫਸਟ ਡਿਵੀਜ਼ਨ ਆਈ। ਉਹਨਾਂ ਸਮਿਆਂ 'ਚ ਫਸਟ ਡਿਵੀਜ਼ਨ ਨੂੰ ਵੀ ਬੜਾ ਵਧੀਆ ਗਿਣਿਆ ਜਾਂਦਾ ਸੀਗਾ। ਅਤੇ ਚਲੋ ਸਾਰਿਆਂ ਨੂੰ, ਮੇਰੇ ਅਧਿਆਪਕਾਂ ਨੂੰ, ਮੈਨੂੰ ਬਹੁਤ ਖੁਸ਼ੀ ਹੋਈ। ਇਸੇ ਤਰ੍ਹਾਂ ਹੀ ਮੈਂ +1 'ਚ ਦਾਖਲਾ ਲੈ ਲਿਆ ਜੀਵਨਮਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ। ਉੱਥੇ ਮੈਨੂੰ ਕਿਹਾ ਗਿਆ ਕਿ ਤੁਸੀਂ ਮੈਡੀਕਲ ਜਾਂ ਨੋਨ ਮੈਡੀਕਲ ਰੱਖੋ, ਪਰ ਮੇਰਾ ਜਿਹੜਾ ਕੰਮ ਸੀਗਾ ਉਹ ਦੁੱਧ ਦਾ, ਉਹ ਜ਼ਿਆਦਾ ਮਿਹਨਤ ਮੰਗਦਾ ਸੀ, ਇਸ ਕਰਕੇ ਮੈਂ ਆਰਟਸ ਹੀ ਸਬਜੈਕਟ ਚੁਣੇ। ਆਰਟਸ ਸਬਜੈਕਟ ਚੁਣ ਕੇ ਮੈਂ +1 'ਚੋਂ ਵੀ ਸਕੂਲ 'ਚੋਂ ਟੌਪ ਕੀਤਾ। ਜਦੋਂ ਮੈਨੂੰ ਰਿਜ਼ਲਟ ਐਲਾਨਿਆ ਗਿਆ ਸਕੂਲ 'ਚ, ਤਾਂ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਕਿ ਚਲੋ ਮੈਂ ਜ਼ਿੰਦਗੀ 'ਚ ਕੁਛ ਕਰ ਸਕਿਆ। ਇਸ ਤਰ੍ਹਾਂ ਹੀ ਮੇਰਾ +2 'ਚ ਵੀ ਫਸਟ ਪੋਜੀਸ਼ਨ ਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚੋਂ, ਅਤੇ ਮੈਨੂੰ ਉਸ ਤੋਂ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ। ਸਾਰੇ ਅਧਿਆਪਕਾਂ ਨੇ, ਮੇਰੇ ਸਾਰੇ ਜਾਣ ਪਛਾਣ ਵਾਲਿਆਂ ਨੇ, ਸਾਰੇ ਲੋਕਾਂ ਨੇ, ਰਿਸ਼ਤੇਦਾਰਾਂ ਨੇ, ਸਾਰਿਆਂ ਨੇ ਬੜੀ ਸ਼ਾਬਾਸ਼ ਦਿੱਤੀ ਕਿ ਤੂੰ ਬਹੁਤ ਚੰਗਾ ਕੰਮ ਕਰ ਰਿਹਾ। ਮੈਂ ਜੀ ਸੰਨ 1991 ਤੋਂ ਲੈ ਕੇ 2006 ਤੱਕ ਲਗਾਤਾਰ ਹੀ ਦੁੱਧ ਦਾ ਕੰਮ ਕਰਦਾ ਰਿਹਾ। ਦਿੱਕਤਾਂ ਤਾਂ ਇਸ ਤਰ੍ਹਾਂ ਹੈ ਜੀ, ਜਿਹੜਾ ਦੁੱਧ ਦਾ ਕੰਮ ਆ ਉਹ ਬਹੁਤ ਮਿਹਨਤ ਵਾਲਾ ਕੰਮ ਆ। ਸੁਬਾਹ ਔਰ ਸ਼ਾਮ, ਮੀਂਹ ਹਨੇਰੀ, ਜੋ ਮਰਜ਼ੀ ਹੋਵੇ, ਤੁਸੀਂ ਕੋਈ ਵਿਆਹ ਆ ਗਿਆ, ਕੋਈ ਸ਼ਾਦੀ ਆ ਗਈ, ਤੁਸੀਂ ਉਹ ਤੋਂ ਛੁੱਟੀ ਨਹੀਂ ਕਰ ਸਕਦੇ। ਇਹਦੇ ਨਾਲ ਪਰ ਜਿਹੜਾ ਪੜ੍ਹਾਈ ਦਾ ਮੈਨੇਜ ਕਰਨਾ, ਉਹ ਕਰਨਾ ਹੀ ਪੈਂਦਾ ਸੀਗਾ। ਮੈਂ ਕੀ ਕਰਦਾ ਸੀ, ਜਿੱਥੋਂ ਵੀ ਮੈਨੂੰ ਟਿਊਸ਼ਨ ਮਿਲਦੀ ਸੀ, ਮੇਰੇ ਇੱਕ ਅਧਿਆਪਕ ਸੀਗੇ ਨਰਿੰਦਰ ਸਿੰਘ, ਵਕੀਲਾਂ ਵਾਲੇ ਪੜ੍ਹਾਉਂਦੇ ਹੁੰਦੇ ਸੀ, ਮੈਥ ਮਾਸਟਰ ਮੇਰੇ, ਉਹਨਾਂ ਕੋਲੇ ਮੈਂ ਰਾਤ ਨੂੰ, ਦਿਨੇ ਕਈ ਵਾਰੀ ਉਹ ਸਕੂਲੋਂ ਆ ਜਾਂਦੇ ਸੀ 2 ਵਜੇ, ਉਸ ਤੋਂ ਬਾਅਦ ਮੈਂ ਉਹਨਾਂ ਕੋਲੇ ਟਿਊਸ਼ਨ ਜਾਣਾ। ਜਿੱਥੋਂ ਵੀ ਮਤਲਬ ਮੇਰਾ ਇਹ ਸੀ ਟਾਰਗੇਟ ਜ਼ਿੰਦਗੀ ਦਾ ਕਿ ਮੈਂ ਸਿੱਖਣਾ। ਮੇਰੇ 'ਚ ਕਮੀ ਲੱਗਦੀ ਸੀ ਮੈਨੂੰ ਕਿ ਮੈਨੂੰ ਨਾ ਇੰਗਲਿਸ਼ ਬਹੁਤ ਘੱਟ ਆਉਂਦੀ ਸੀ। ਇੱਕ ਤੁਹਾਨੂੰ ਮੈਂ ਘਟਨਾ ਦੱਸਣੀ ਚਾਹਾਂਗਾ ਕਿ ਮੈਂ ਢਾਬੇ 'ਤੇ ਬੈਠਾ, ਉਹ ਕਹਿੰਦੇ, ਕੋਈ ਪੁਲਿਸ ਵਾਲੇ ਨਾਲ ਮੇਰੀ ਗੱਲ ਹੋਈ, ਉੱਥੇ ਬੈਠੇ ਸੀਗੇ, ਕਹਿੰਦੇ ਜੀ ਇਹ ਮੈਂ ਕਿਹਾ ਇਹ ਕਿਵੇਂ ਆ? ਕਹਿੰਦਾ ਜੀ ਹਾਫ ਮਾਈਂਡ ਹੀ ਆ। ਮੈਨੂੰ ਹਾਫ ਦਾ ਤਾਂ ਪਤਾ ਸੀ ਕਿ ਹਾਫ ਅੱਧਾ ਹੁੰਦਾ, ਪਰ ਮਾਈਂਡ ਦਾ ਸ਼ਬਦ ਦਾ ਅਰਥ ਨਹੀਂ ਪਤਾ ਸੀਗਾ ਕਿ ਮਾਈਂਡ ਕੀ ਹੁੰਦਾ। ਇਹੋ ਜਿਹਾ ਮੇਰਾ ਮਤਲਬ ਅੰਗਰੇਜ਼ੀ ਦਾ ਪੱਧਰ ਮੇਰਾ ਇੰਨਾ ਕੁ ਸੀਗਾ, ਪਰ ਮੇਰੇ ਮਨ 'ਚ ਇੱਕ ਡਰ ਸੀਗਾ ਕਿ ਮੈਂ ਇੰਗਲਿਸ਼ ਮੇਰੀ ਮਾੜੀ ਆ, ਮੈਂ ਇਹਨੂੰ ਇੰਪਰੂਵ ਕਰਨਾ। ਹਾਂਜੀ, ਬਿਲਕੁਲ ਮਖੌਲ ਉਡਾਇਆ ਜਾਂਦਾ ਸੀ ਵੀ ਤੂੰ ਦੁੱਧ ਦੇ ਨਾਲ ਕਿਵੇਂ ਪੜ੍ਹਾਈ ਕਰ ਸਕਦਾ, ਤੂੰ ਕਿਵੇਂ ਕੀ ਬਣ ਜਾਏਗਾ ਜੇ ਤੂੰ ਇਹ ਕਰ ਵੀ ਲਏਗਾ, ਚਲੋ ਵੱਧ ਤੋਂ ਵੱਧ +2 ਕਰ ਲਏਗਾ, ਫਿਰ ਕੀ ਕਰ ਲਏਗਾ। ਪਰ ਮੇਰੇ ਇੱਕ ਮਨ 'ਚ ਇੱਛਾ ਸੀ ਕਿ ਮੇਰੇ ਸ਼ੁਰੂ ਤੋਂ ਯਾਦ ਸੀ ਕਿ ਮੈਨੂੰ ਜਿਹੜੇ ਅਧਿਆਪਕ ਸੀ ਨਾ, ਉਹ ਮੈਨੂੰ ਬਹੁਤ ਚੰਗੇ ਲੱਗਦੇ ਸੀ। ਮੈਂ ਹਮੇਸ਼ਾ ਹੀ ਲੋਚਦਾ ਸੀ ਕਿ ਮੈਂ ਉਹਨਾਂ ਵਰਗਾ ਬਣਨਾ ਚਾਹਾਂਗਾ, ਅਤੇ ਪਰਮਾਤਮਾ ਨੇ ਮੇਰੀ ਮਿਹਨਤ ਨੂੰ ਫਲ ਲਾਇਆ ਅਤੇ ਅੱਜ ਮੈਂ ਇੱਕ ਅਧਿਆਪਕ ਬਣ ਗਿਆ। ਹਾਂਜੀ, ਉਹ ਇੱਕ ਬੜੀ ਲੰਬੀ ਸਟੋਰੀ ਹੈ ਜੀ। ਉਸ ਤਰ੍ਹਾਂ +2 ਕਰਨ ਤੋਂ ਬਾਅਦ ਮੇਰਾ ਇੱਕ ਦੋਸਤ ਸੀਗਾ ਸੁਨੀਲ ਕੁਮਾਰ, ਉਹਨਾਂ ਨੇ ਮੈਨੂੰ ਦੱਸਿਆ ਕਿ ਕਰਕੇਸ਼ ਸ਼ਰਮਾ ਨਾਂ ਦੇ ਇਨਸਾਨ ਨੇ ਆਪਣੇ ਜ਼ੀਰੇ, ਉਹ ETT ਦੀ ਕੋਚਿੰਗ ਦਿੰਦੇ ਨੇ। ਉਹ ਮੈਨੂੰ ਲੈ ਕੇ ਗਏ ਉਹਨਾਂ ਨਾਲ ਮਿਲਾਉਣ ਨੂੰ। ਉਸ ਟਾਈਮ ਉਹ ਰਾਤ ਦਾ ਹੀ ਸਮਾਂ ਸੀਗਾ ਅਤੇ ਉਹ ਬੱਚਿਆਂ ਨੂੰ ਪੜ੍ਹਾ ਰਹੇ ਸੀ 7 ਵਜੇ ਦੇ ਕਰੀਬ। ਮੈਨੂੰ ਉਹਨਾਂ ਨੇ ਮਿਲਾਇਆ ਕਿ ਜਿਹੜਾ ਮੁੰਡਾ ਇਹ ਪੜ੍ਹਨ 'ਚ ਠੀਕ ਆ, ਇਹਨੂੰ ਆਪਾਂ ਜੇ ਕੋਚਿੰਗ ਦੇਈਏ ਤਾਂ ਸਿਲੈਕਟ ਹੋ ਸਕਦਾ। ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ। ਉਹ ਬਿਲਕੁਲ ਉਦੋਂ ਬਿਨਾਂ ਪੈਸੇ ਤੋਂ ਕੋਚਿੰਗ ਦਿੰਦੇ ਸੀ, ਇਹ ਨਹੀਂ ਵੀ ਉਹ ਪੈਸੇ ਲੈਂਦੇ ਸੀ ਕਿਸੇ ਤੋਂ। ਮੇਰੇ ਤੋਂ ਤਾਂ ਲੈਣੀ ਕੀ ਸੀ, ਹੋਰ ਕਿਸੇ ਤੋਂ ਵੀ ਉਹ ਪੈਸੇ ਨਹੀਂ ਲੈਂਦੇ ਸੀ ਉਸ ਟਾਈਮ, ਉਹ ਫ੍ਰੀ ਕੋਚਿੰਗ ਦਿੰਦੇ ਸੀ। ਇਸ ਤਰ੍ਹਾਂ ਹੀ ਮੇਰਾ ਉਹਨਾਂ ਨਾਲ ਸੰਬੰਧ ਬਣਦੇ ਗਏ, ਕੋਚਿੰਗ ਲੈਂਦਾ ਗਿਆ। ਪਰ ਉਸ ਸਾਲ ਮੇਰੀ ਸਿਲੈਕਸ਼ਨ ਨਹੀਂ ਹੋਈ। ਪਹਿਲੇ ਸਾਲ ਜਦੋਂ ਮੈਂ ਪੇਪਰ ਦਿੱਤਾ +2 ਤੋਂ ਬਾਅਦ, ਉਸ ਸਾਲ ਮੇਰੀ ਥੋੜ੍ਹੇ ਜਿਹੇ ਨੰਬਰਾਂ ਪਿੱਛੇ ਸਿਲੈਕਸ਼ਨ ਰਹਿ ਗਈ। ਅਗਲੇ ਸਾਲ ਫਿਰ ਪੇਪਰ ਉਵੇਂ ਆਇਆ, ਫਿਰ ਤਿਆਰੀ ਕੀਤੀ, ਫਿਰ ਤਿਆਰੀ ਚੱਲਦੀ ਰਹੀ। ਪਰ ਮੇਰਾ ਦੁੱਧ ਦਾ ਜਿਹੜਾ ਕੰਮ ਸੀਗਾ ਨਾਲ ਸੁਬਾਹ ਸ਼ਾਮ ਦਾ ਸੀਗਾ। ਜਿਹੜੇ ਸਰ ਸੀਗੇ ਉਹ ਸਕੂਲੋਂ ਆ ਕੇ, ਜਿਵੇਂ 4 ਵਜੇ ਕਲਾਸ ਲੱਗਦੀ ਸੀਗੀ, 6-7 ਵਜੇ ਤੱਕ ਦਿੰਦੇ ਸੀ ਕੋਚਿੰਗ। ਪਰ ਕੀ ਹੁੰਦਾ ਸੀ ਕਿ ਉਹ 6-7 ਵਜੇ ਵਾਲਾ ਟਾਈਮ ਮੇਰਾ ਦੁੱਧ ਦਾ ਟਾਈਮ ਹੁੰਦਾ ਸੀ। ਫਿਰ ਇਸ ਤਰ੍ਹਾਂ ਹੀ ਉਹਨਾਂ ਨੇ ਮੇਰੇ ਸ਼੍ਰੀ ਰਾਕੇਸ਼ ਸ਼ਰਮਾ ਜੀ ਨੇ ਇਸ ਤਰ੍ਹਾਂ ਬਹੁਤ ਮੇਰੀ ਹੈਲਪ ਕੀਤੀ ਕਿ ਉਹਨਾਂ ਨੇ ਮੈਨੂੰ ਰਾਤ ਆਪਣੇ ਘਰ ਰੱਖ ਕੇ, ਰੋਟੀ ਪਾਣੀ ਘਰੋਂ ਖਵਾ ਕੇ, ਲਗਾਤਾਰ ਸਾਰੀ ਪੇਪਰਾਂ ਤੋਂ ਪਹਿਲਾਂ 19 ਦਿਨ ਲਗਾਤਾਰ ਉਹਨਾਂ ਨੇ ਮੈਨੂੰ ਸਾਰੀ ਰਾਤ ਪੜ੍ਹਾਇਆ। ਇਸ ਕਰਕੇ ਮੈਂ ਮੋਗੇ, ਮੇਰੀ ਸਿਲੈਕਸ਼ਨ ਹੋਈ ਸੀ ਮੋਗੇ ਜ਼ਿਲ੍ਹੇ 'ਚ ETT 'ਚ, ਜਿੱਥੋਂ ਮੈਂ ਖੋਸਾ ਪਾਣਾ ਤੋਂ ਸੰਨ 2098-2000 ਸੈਸ਼ਨ ਦੇ ਵਿੱਚ ETT ਕੀਤੀ ਹੈ। ਹਾਂਜੀ, ਮੈਂ ਜਿਹੜੀ ਸੇਵਾ 'ਚ ਆ ਉਹ 2002 ਵਿੱਚ ਇੱਥੇ ਮੇਰੀ ਬਤੌਰ ETT ਅਧਿਆਪਕ ਸਿਲੈਕਸ਼ਨ ਹੋਈ ਵਕੀਲਾਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਵਕੀਲਾਂ ਵਾਲੇ ਵਿਖੇ। ਉਸ ਤੋਂ ਬਾਅਦ ਵੀ ਮੈਂ ਦੁੱਧ ਦਾ ਕੰਮ ਜਾਰੀ ਰੱਖਿਆ, ਕਿਉਂਕਿ ਮੈਨੂੰ ਇਹ ਸੀਗਾ ਕਿ ਜਿਹੜੇ ਦੁੱਧ ਦੇ ਕੰਮ ਤੋਂ ਹੀ ਮੈਂ ਇੱਥੇ ਪਹੁੰਚਿਆ, ਅਤੇ ਇਸੇ ਨਾਲ ਹੀ ਮੇਰੀ ਜਿਹੜੀ ਪਹਿਚਾਣ ਇਹ ਬਣੀ ਹੋਈ ਆ। ਇਸ ਕਰਕੇ ਮੈਂ ਦੁੱਧ ਦਾ ਕੰਮ ਵੀ ਜਾਰੀ ਰੱਖਿਆ 2002 ਤੋਂ ਲੈ ਕੇ 2006 ਤੱਕ। ਉਸ ਦੌਰਾਨ ਵੀ ਮੈਂ 8 ਵਜੇ ਤੋਂ ਪਹਿਲਾਂ ਦੁੱਧ ਪਾ ਕੇ ਅਤੇ ਆਪਦਾ ਟਾਈਮ ਸਿਰ ਸਕੂਲ ਪਹੁੰਚਦਾ ਸੀ, ਤਾਂ ਕਿ ਲੋਕਾਂ ਦੇ ਸਾਹਮਣੇ ਇੱਕ ਉਦਾਹਰਨ ਪੇਸ਼ ਹੋ ਸਕੇ ਵੀ ਮਿਹਨਤ ਕਰਕੇ ਨਾਲ ਨੌਕਰੀ ਵੀ ਕੀਤੀ ਜਾ ਸਕਦੀ ਹੈ। ਪਰ 2006 'ਚ ਜਦੋਂ ਮੇਰਾ ਵਿਆਹ ਹੋ ਗਿਆ ਸੀ 2004 ਦੇ ਵਿੱਚ, ਅਤੇ 2006 'ਚ ਮੇਰੀ ਵਾਈਫ ਨੂੰ ਵੀ ਨੌਕਰੀ ਮਿਲ ਗਈ, ਅਤੇ ਕੁਝ ਮੇਰੇ ਜਿਹੜੇ ਹੈਲਥ ਇਸ਼ੂ ਸੀਗੇ ਉਹ ਸੀਗੇ ਕਿ ਮੈਨੂੰ ਵੀ ਪ੍ਰੋਬਲਮ ਥੋੜ੍ਹੀ ਜਿਹੀ ਸਿਹਤ ਦੀ ਆ ਗਈ। ਇਸ ਕਰਕੇ ਮੈਂ ਫਿਰ 2006 ਤੋਂ ਬਾਅਦ ਦੁੱਧ ਦਾ ਕੰਮ ਜਿਹੜਾ ਸੀ
ਉਸ ਟਾਈਮ ਵੀ ਬੜਾ ਇੱਕ ਚਾਅ ਸੀਗਾ, ਵੱਖਰਾ ਹੀ ਚਾਅ ਸੀਗਾ, ਕਿਉਂਕਿ ਜਦੋਂ ਜਿਹੜਾ ਚੀਜ਼ ਤੁਸੀਂ ਬਣਨੀ ਚਾਹੁੰਦੇ ਹੋ ਜ਼ਿੰਦਗੀ 'ਚ ਉਹ ਤੁਸੀਂ ਬਣ ਜਾਓ, ਇਸ ਤੋਂ ਵੱਡੀ ਹੋਰ ਖੁਸ਼ੀ ਹੋ ਨਹੀਂ ਸਕਦੀ। ਪਰ ਮੈਂ ਨੌਕਰੀ 'ਚ ਜਦੋਂ ਦਾ ਆਇਆ ਆਪਣੀ 'ਚ, ਜਿਵੇਂ ਦੇ ਸਾਡੇ, ਕਿਉਂਕਿ ਸਰਕਾਰੀ ਸਕੂਲ 'ਚ ਜਿਹੜੇ ਬੱਚੇ ਆ ਉਹ ਵਿਚਾਰੇ ਮਾੜੇ ਘਰਾਂ 'ਚੋਂ ਆਉਂਦੇ, ਕਹਿ ਲਓ, ਜਿਨ੍ਹਾਂ ਕੋਲ ਬਹੁਤੇ ਸਾਧਨ ਨਹੀਂ ਹੁੰਦੇਗੇ, ਪਰ ਉਹ ਜਦੋਂ ਮੈਂ ਉਹਨਾਂ ਨੂੰ ਵੇਖਦਾ ਕਿ ਮੈਂ ਉਹਨਾਂ ਵਿੱਚੋਂ ਆਪਣੇ ਆਪ ਨੂੰ ਦੇਖਦਾ, ਉਹਨਾਂ ਬੱਚਿਆਂ ਨੂੰ, ਉਹਨਾਂ ਦੀਆਂ ਸਮੱਸਿਆਵਾਂ, ਉਹਨਾਂ ਦੇ ਮਾਪਿਆਂ ਦੀਆਂ ਸਮੱਸਿਆਵਾਂ। ਜਦੋਂ ਕੋਈ ਮੇਰੇ ਕੋਲ ਆਉਂਦਾ ਮੈਂ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੁੰਦਾ। ਜੇ ਕੋਈ ਬੱਚਾ ਲੇਟ ਆਉਂਦਾ ਮੈਂ ਉਹਦਾ ਕਾਰਨ ਜਾਣਨਾ ਚਾਹੁੰਦਾ ਕਿ ਉਹ ਬੱਚਾ ਕਿਉਂ ਲੇਟ ਆ ਰਿਹਾ, ਜਾਂ ਉਹ ਇੰਨੇ ਦਿਨ ਕਿਉਂ ਨਹੀਂ ਆ ਰਿਹਾ, ਜਾਂ ਉਹ ਪੜ੍ਹਾਈ 'ਚ ਪਿੱਛੇ ਆ ਤਾਂ ਕਿਉਂ ਪਿੱਛੇ ਆ। ਹਰ ਤਰ੍ਹਾਂ ਦੀ ਸਹਾਇਤਾ ਮੈਂ ਕਰਨੀ ਚਾਹੁੰਦਾ ਬੱਚਿਆਂ ਦੀ, ਕਿ ਇਹਦੇ ਵਿੱਚ ਵੀ ਮੈਂ ਕਾਮਯਾਬ ਵੀ ਹੋਇਆ। ਹਾਂਜੀ, ਮੈਂ 2002 ਤੋਂ ਲੈ ਕੇ 2015 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਵਕੀਲਾਂ ਵਾਲਾ ਵਿੱਚ ਸੇਵਾ ਕੀਤੀ ਹੈ। ਉਸ ਤੋਂ ਬਾਅਦ 2016 ਵਿੱਚ ਜਿਹੜੀ ਮੇਰੀ ਪ੍ਰਮੋਸ਼ਨ ਹੈ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰ ਦੇ ਵਿੱਚ ਹੋਈ ਆ। ਇੱਥੇ ਮੈਨੂੰ ਲਗਭਗ 6 ਸਾਲ ਹੋ ਗਏ ਪੜ੍ਹਾਉਂਦਿਆਂ ਨੂੰ। ਨਾਲ ਹੀ ਮੇਰੇ ਧਰਮ ਪਤਨੀ ਵੀ ਇੱਥੇ ਨਾਲ ਹੀ ਨੇ। ਅਸੀਂ 7 ਜਣਿਆਂ ਦਾ ਸਟਾਫ ਇੱਥੇ ਪੜ੍ਹਾ ਰਹੇ ਹਾਂ, ਔਰ 200-250 ਦੇ ਕਰੀਬ ਬੱਚਾ ਸਾਡੇ ਕੋਲ ਇਸ ਵੇਲੇ ਪੜ੍ਹ ਰਿਹਾ। ਬੜੀ ਸ਼ਿੱਦਤ ਨਾਲ ਅਸੀਂ ਆਪਣੇ ਕੰਮ ਨੂੰ ਨੇਪਰੇ ਚਾੜ੍ਹ ਰਹੇ ਹਾਂ। ਇਸ ਤਰ੍ਹਾਂ ਸੀ ਗੱਲ ਕਿ ਜਿਹੜੇ ਸ਼ਰੀਕੇ ਵਾਲੇ ਜਾਂ ਲੋਕ, ਪਿੰਡ ਦੇ ਲੋਕ ਹੁੰਦੇ ਆ, ਉਹ ਤੁਹਾਨੂੰ ਤਾਨੇ ਮਿਹਣੇ ਤਾਂ ਮਾਰਦੇ ਆ ਕਿ ਦੇਖੋ ਜੀ ਨਾਲ ਦੁੱਧ ਦਾ ਕੰਮ ਕਰਦਾ, ਨਾਲ ਕਿੱਥੋਂ ਪੜ੍ਹ ਲਏਗਾ। ਪਰ ਉਹਦੇ ਨਾਲ ਇਹ ਹੁੰਦਾ ਕਿ ਉਹ ਜਿਹੜੇ ਤਾਨੇ ਮਿਹਣੇ ਹੁੰਦੇ ਆ ਤੁਹਾਡੇ ਲਈ ਖੁਰਾਕ ਬਣ ਜਾਂਦੇ ਆ, ਤੁਹਾਨੂੰ ਕੁਝ ਕਰਨ ਲਈ ਪ੍ਰੇਰਨਾ ਦਿੰਦੇ ਆ। ਇਸੇ ਤਰ੍ਹਾਂ ਹੀ ਜਿਹੜੀ ਉਹਨਾਂ ਦੀ ਪ੍ਰੇਰਨਾ ਸੀਗੀ ਜਾਂ ਉਹਨਾਂ ਦੇ ਤਾਨੇ ਮਿਹਣੇ ਸੀਗੇ, ਮੈਨੂੰ ਹੋਰ ਅੱਗੇ ਕੁਝ ਕਰਨ ਲਈ ਪ੍ਰੇਰਦੇ ਸੀਗੇ। ਇਸੇ ਤਰ੍ਹਾਂ ਜਿਹੜੇ ਬਹੁਤੇ ਲੋਕ ਮੈਨੂੰ ਜਾਣਦੇ ਸੀ, ਮੇਰੇ ਸੱਜਣ ਬੇਲੀ ਜਾਂ ਸ਼ਹਿਰ ਦੇ ਲੋਕ ਸੀ ਜਿਹੜੇ, ਖਾਸ ਕਰਕੇ ਉਹ ਜਿਹੜੀ ਮੇਰੀ ਤਾਰੀਫ ਕਰਦੇ ਸੀ ਨਾ, ਖਾਸ ਕਰਕੇ ਕਿ ਇਹ ਬੱਚਾ ਦੇਖੋ ਨਾਲੇ ਦੁੱਧ ਦਾ ਕੰਮ ਕਰ ਰਿਹਾ, ਨਾਲੇ ਪੜ੍ਹ ਰਿਹਾ, ਦੇਖੋ ਕਿੰਨੀ ਮਿਹਨਤ ਕਰ ਰਿਹਾ। ਉਹ ਆਪਣੇ ਬੱਚਿਆਂ ਨੂੰ ਕਈ ਵਾਰੀ ਮੇਰੀ ਉਦਾਹਰਨ ਦਿੰਦੇ ਸੀ। ਜਿਹੜੀ ਉਹਨਾਂ ਦੀ ਇਹ ਸੀਗੀ ਪ੍ਰੇਰਨਾ, ਉਹ ਵੀ ਮੇਰੀ ਮੋਟੀਵੇਸ਼ਨਲ ਸੀਗੀ। ਇਸ ਤਰ੍ਹਾਂ ਮੈਂ ਜ਼ਿੰਦਗੀ 'ਚ ਕਾਮਯਾਬ ਹੋਇਆ। ਹਾਂਜੀ, ਮੈਂ ਇੱਕ ਆਪਣੇ ਬਚਪਨ ਦੀ ਬਹੁਤ ਹੀ ਜਿਹੜੀ ਮੇਰੇ ਲਈ ਯਾਦਦਾਸ਼ਤ ਘਟਨਾ ਹੈ ਉਹ ਦੱਸਣੀ ਚਾਹਾਂਗਾ ਕਿ ਇੱਕ ਦਿਨ ਮੈਂ ਅਤੇ ਮੇਰੇ ਫਾਦਰ ਸਾਹਿਬ ਸੀ, ਜਦੋਂ ਮੈਂ ਬਹੁਤ ਛੋਟਾ ਜਿਹਾ ਸੀ, 6ਵੀਂ-7ਵੀਂ 'ਚ ਪੜ੍ਹਦਾ ਸੀਗਾ। ਉਸ ਦਿਨ ਕੀ ਹੋਇਆ ਕਿ ਸਾਡੇ ਗੁਆਂਢੀ ਪਿੰਡ 'ਚ ਨਾ ਹਰੀ ਸਿੰਘ ਜੀਰਾ ਸੀਗੇ, ਜਿਹੜੇ MLA ਖੜ੍ਹੇ ਸੀਗੇ, ਉਹਨਾਂ ਨੂੰ ਰੁਪਈਆਂ ਦੇ ਨਾਲ ਤੋਲਿਆ ਜਾਣਾ ਸੀਗਾ। ਅਤੇ ਉਸ ਈਵੈਂਟ ਨੂੰ ਦੇਖਣ ਲਈ ਮੈਂ ਅਤੇ ਮੇਰੇ ਫਾਦਰ ਸਾਹਿਬ ਉੱਥੇ ਪਹੁੰਚ ਗਏ। ਅਤੇ ਨਾਲੇ ਅਸੀਂ ਕਿ ਉੱਥੋਂ ਆਟਾ ਲੈ ਕੇ ਆਉਣਾ ਸੀ। ਉਸ ਪਿੰਡ ਚੱਕੀ ਸੀ, ਸਾਡੇ ਪਿੰਡ ਚੱਕੀ ਹੈ ਨਹੀਂ ਸੀਗੀ। ਅਸੀਂ ਜਦੋਂ ਪਹੁੰਚੇ ਤਾਂ ਉਹ ਹਰੀ ਸਿੰਘ ਜਿਹੜੇ ਸੀਗੇ ਉਹ ਕਾਫੀ ਲੇਟ ਆਏ ਉੱਥੇ, ਕਿਉਂਕਿ ਉਹ ਕਾਫੀ ਪਿੰਡਾਂ 'ਚ ਫੰਕਸ਼ਨ ਹੁੰਦੇ ਆ। ਉਹ ਆਉਂਦੇ ਕਾਫੀ ਲੇਟ ਹੋ ਗਏ, ਹਨੇਰਾ ਹੋ ਗਿਆ ਉੱਥੇ। ਪਰ ਉਹ ਸਾਡੇ ਸਾਹਮਣੇ ਉਹਨਾਂ ਨੂੰ ਰੁਪਈਆਂ, ਇੱਕ ਪਾਸੇ ਰੁਪਈਆਂ ਦੀ ਪੰਡ ਰੱਖ ਕੇ ਅਤੇ ਉਹਨਾਂ ਨੂੰ ਤੋਲਿਆ ਗਿਆ। ਤੋਲਣ ਤੋਂ ਬਾਅਦ ਜਦੋਂ ਅਸੀਂ ਵਾਪਸ ਆਏ ਚੱਕੀ 'ਤੇ, ਅਤੇ ਚੱਕੀ ਵਾਲਿਆਂ ਤੋਂ ਕਿਹਾ ਕਿ ਸਾਨੂੰ ਆਟਾ ਚਾਹੀਦਾ ਅੱਜ। ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਤੱਕੜ ਆ ਚੱਕੀ ਦਾ ਉਹ ਉੱਥੇ ਲੱਗਿਆ ਹੋਇਆ ਅਤੇ ਅੱਜ ਤੁਹਾਨੂੰ ਆਟਾ ਨਹੀਂ ਮਿਲ ਸਕਦਾ। ਉਸੇ ਤਰ੍ਹਾਂ ਹੀ ਅਸੀਂ ਵਾਪਸ ਜਦੋਂ ਆਟਾ ਲਏ ਤੋਂ ਬਿਨਾਂ ਘਰ ਆਏ, ਅਤੇ ਅਸੀਂ ਕਿਹਾ ਚਲੋ ਵੀ ਰੋਟੀ ਤਾਂ ਆਂਢ ਗੁਆਂਢੋਂ ਲੈ ਕੇ ਆਟਾ ਕਿਤੋਂ ਬਣੀ ਹੋਏਗੀ। ਪਰ ਜਦੋਂ ਮੰਮੀ ਨੂੰ ਪੁੱਛਿਆ ਕਿ ਲਿਆਓ ਰੋਟੀ, ਉਹ ਕਹਿੰਦੇ ਜੀ ਅੱਜ ਕਿਸੇ ਵੀ ਆਂਢੋਂ ਗੁਆਂਢੋਂ ਵੀ ਆਪਾਂ ਨੂੰ ਆਟਾ ਨਹੀਂ ਮਿਲਿਆ। ਇਸ ਕਰਕੇ ਜਿਹੜੀ ਉਹ ਰਾਤ ਸੀ, ਅਸੀਂ ਸਾਰੇ ਮਤਲਬ ਪਰਿਵਾਰ ਨੇ ਭੁੱਖੇ ਹੀ ਬਿਤਾਈ। ਅਤੇ ਜਿਹੜੀ ਉਹ ਰਾਤ ਮੈਨੂੰ ਵਾਰ-ਵਾਰ ਕਈ ਵਾਰੀ ਯਾਦ ਆਉਂਦੀ ਹੈ। ਮੋਟੀਵੇਸ਼ਨਲ ਤਾਂ ਇਹੀ ਹੈ ਜੀ ਕਿ ਜੋ ਤੁਸੀਂ ਆਪਣੇ ਮਨ 'ਚ ਧਾਰ ਲਿਆ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਹਾਡੇ ਮਨ 'ਚ ਸੱਚਾਈ ਹੋਣੀ ਚਾਹੀਦੀ ਹੈ, ਤੁਹਾਨੂੰ ਮਿਹਨਤ ਦੀ ਲਗਨ ਹੋਣੀ ਚਾਹੀਦੀ ਆ, ਤੁਹਾਨੂੰ ਕਿਸੇ ਕੰਮ ਦੀ ਸ਼ਰਮ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਕਿਸੇ ਤੋਂ ਕੁਝ ਲੈਣਾ, ਮੇਰੀ ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਜੇ ਤੁਸੀਂ ਕਿਸੇ ਤੋਂ ਲੈਣਾ ਕੁਛ, ਕਿਸੇ ਤੋਂ ਸਿੱਖਣਾ ਕੁਛ, ਤਾਂ ਉਸ ਕੋਲ ਨੀਵੇਂ ਹੋ ਕੇ ਜਾਓ, ਔਰ ਤੁਹਾਨੂੰ ਜ਼ਰੂਰ ਹੀ ਉਸ ਤੋਂ ਕੁਛ ਨਾ ਕੁਛ ਪ੍ਰਾਪਤ ਹੋਏਗਾ। ਜੇ ਤੁਸੀਂ ਕਹੋ ਕਿ ਮੈਂ ਸਿੱਖਣਾ ਵੀ ਆ ਔਰ ਆਪਣੀ ਆਕੜ ਵੀ ਰੱਖਣੀ ਆ, ਇਹ ਦੋ ਚੀਜ਼ਾਂ ਕਦੇ ਬਰਾਬਰ ਨਹੀਂ ਚੱਲਦੀਆਂ ਗੀਆਂ। ਜੇ ਤੁਸੀਂ ਕੁਛ ਜ਼ਿੰਦਗੀ 'ਚ ਬਣਨਾ ਤਾਂ ਹਮੇਸ਼ਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਜੇ ਤੁਸੀਂ ਰੁੱਖ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਆ, ਜੇ ਤੁਸੀਂ ਨੀਵੇਂ ਰਹੋਗੇ ਤਾਂ ਜ਼ਿੰਦਗੀ 'ਚ ਜ਼ਰੂਰ ਹੀ ਕੁਝ ਨਾ ਕੁਝ ਪ੍ਰਾਪਤ ਕਰੋਗੇ। ਹੋਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਮਿਹਨਤ ਕਰੋ। ਜੇ ਤੁਸੀਂ ਕਾਮਯਾਬ ਹੋਣਾ ਤਾਂ ਮਿਹਨਤ ਹੀ ਇੱਕ ਐਸਾ ਰਸਤਾ ਹੈ ਜਿਸ ਤੋਂ ਤੁਸੀਂ ਤਰੱਕੀ ਪਾ ਸਕਦੇ ਹੋ। ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਕਹਿਣਾ ਕਿ ਜ਼ਿਆਦਾ ਤੋਂ ਜ਼ਿਆਦਾ ਪੜ੍ਹੋ, ਖੇਡਾਂ 'ਚ ਤਰੱਕੀ ਕਰੋ ਤਾਂ ਕਿ ਤੁਸੀਂ ਇੱਕ ਚੰਗੇ ਇਨਸਾਨ ਬਣ ਸਕੋ। ਮੈਂ ਕੋਸ਼ਿਸ਼ ਕਰਦਾ ਕਿ ਬੱਚਿਆਂ 'ਚ ਇਹੋ ਜਿਹੇ ਗੁਣ ਪੈਦਾ ਕੀਤੇ ਜਾ ਸਕਣ ਕਿ ਜਿਹੜੇ ਉਹ ਚੰਗੇ ਇਨਸਾਨ ਬਣਨ। ਪਹਿਲਾਂ ਪੜ੍ਹਾਈ ਦੂਸਰਾ ਪੱਖ ਹੈ, ਨੰਬਰ ਲੈਣਾ ਇੱਕ ਅਲੱਗ ਪੱਖ ਹੈ। ਜਿਹੜਾ ਚੰਗਾ ਇਨਸਾਨ ਬਣਨਾ ਉਹ ਅੱਜ ਦੇ ਸਮਾਜ ਲਈ ਬਹੁਤ ਜ਼ਰੂਰੀ ਹੈ। ਬਹੁਤ ਹੀ ਧੰਨਵਾਦੀ ਹਾਂ ਹਾਂਜੀ ਪੰਜਾਬ ਚੈਨਲ ਦਾ, ਜਿਨ੍ਹਾਂ ਨੇ ਕਿ ਮੇਰਾ ਇਹ ਇੰਟਰਵਿਊ ਕਰਕੇ ਮੈਨੂੰ ਲੋਕਾਂ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ।